ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆਪ ਹਜ਼ੂਰੀ 'ਚ ਜੁੜ ਬੈਠੇ ਹੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਫਤਿਹ ਦਾ ਨਾਰਾ ਸਿਰ ਝੁਕਾ ਕੇ ਦੋਨੋਂ ਹੱਥ ਜੋੜ ਕੇ ਬੜੇ ਹੀ ਅਦਬ ਸਤਿਕਾਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਵਡਭਾਗੇ ਹੋ, ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰਿਓ, ਸਤਿਗੁਰਾਂ ਦੀ ਮਹਾਨ ਕਿਰਪਾ ਹੋਈ ਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਮੁਖਰਬਿੰਦ 'ਚ ਉਚਾਰਨ ਕੀਤੀ ਹੋਈ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਦੀ ਕਥਾ ਵਿਚਾਰ ਆਪ ਸਰਵਣ ਕਰ ਰਹੇ ਹੋ। ਆਪ ਜੀ ਨੇ 11ਵੀਂ ਅਸ਼ਟਪਦੀ ਦੀ ਸ਼ਲੋਕ ਤੇ ਇੱਕ ਪੌੜੀ ਸਰਵਣ ਕੀਤੀ ਆ। ਅੱਜ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ 11ਵੀਂ ਅਸ਼ਟਪਦੀ ਦੀ ਦੂਸਰੀ ਪੌੜੀ ਵਿੱਚ ਕੀ ਉਪਦੇਸ਼ ਦੇ ਰਹੇ ਹਨ, ਆਓ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰਭ ਭਾਵੈ ਮਾਨੁਖ ਗਤ ਪਾਵੈ, ਪ੍ਰਭ ਭਾਵੈ ਤਾ ਪਾਥਰ ਤਰਾਵੈ, ਪ੍ਰਭ ਭਾਵੈ ਮਾਨੁਖ ਗਤ ਪਾਵੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਅੱਜ ਦੂਸਰੀ ਪੌੜੀ ਵਿੱਚ ਉਪਦੇਸ਼ ਕਰਦੇ ਹਨ ਕਿ ਜੋ ਕੁਝ ਪਰਮੇਸ਼ਰ ਅਕਾਲ ਪੁਰਖ ਨੂੰ ਭਾ ਜਾਵੇ, ਭਾਵ ਕਿ ਭਾਉਂਦਾ ਹੈ, ਤਾਂ ਉਹ ਮਨੁੱਖ ਜਿਸ ਉੱਤੇ ਅਕਾਲ ਪੁਰਖ ਦੀ ਨਦਰ ਹੋ ਜਾਵੇ, ਜਿਵੇਂ ਸਤਿਗੁਰੂ ਫਰਮਾਉਂਦੇ ਨੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਜੇ ਤਾਂ ਸਤਿਗੁਰੂ ਨਦਰ ਕਰ ਦਿੰਦੇ ਲੱਖਾਂ ਖੁਸ਼ੀਆਂ ਬਖਸ਼ ਦਿੰਦੇ ਨੇ, ਜੇ ਨਦਰ ਨਾ ਕਰਦੇ ਸਤਿਗੁਰ ਕਹਿੰਦੇ ਹਨ ਨਦਰ ਉਪੱਠੀ ਜੇ ਕਰੇ ਸੁਲਤਾਨੋ ਕਾਹੋ ਕਰਾਈਨਾ। ਤੇ ਫਿਰ ਭਾਵੇਂ ਸੁਲਤਾਨ ਹੋਵੇ, ਰਾਜਾ ਹੋਵੇ, ਜਿੰਨਾ ਮਰਜ਼ੀ ਧਨਾੜ ਹੋਵੇ, ਘਾਹ ਖਾਣ ਦੇ ਪਤਾ ਨਹੀਂ ਕਿਹੜੇ ਵੇਲੇ ਮਜਬੂਰ ਕਰ ਦੇਵੇਗਾ। ਇਸ ਕਰਕੇ ਇੱਥੇ ਵੀ ਸਤਿਗੁਰੂ ਫਰਮਾਉਂਦੇ ਹਨ ਕਿ ਪ੍ਰਭ ਭਾਵੇ। ਤੇ ਜੇ ਇਹਦੇ ਪਰਮੇਸ਼ਰ ਅਕਾਲ ਪੁਰਖ ਨੂੰ ਜੀਵ ਚੰਗਾ ਲੱਗ ਜਾਵੇ, ਸਿਮਰਨ ਕਰਦਾ ਹੋਵੇ, ਸੇਵਾ ਕਰਦਾ ਹੋਵੇ, ਪਰਮੇਸ਼ਰ ਅਕਾਲ ਪੁਰਖ ਨਾਲ ਪਿਆਰ ਕਰਦਾ ਹੋਵੇ, ਚੰਗੇ ਕੰਮ ਕਰਦਾ ਹੋਵੇ, ਚੰਗੇ ਗੁਣ ਉਸਦੇ ਵਿੱਚ ਹੋਣ, ਫਿਰ ਸਤਿਗੁਰੂ ਕਹਿੰਦੇ ਹਨ ਕਿ ਮਾਨੁਖ ਗਤ ਪਾਵੇ। ਉਹ ਮਨੁੱਖ, ਉਹ ਜੀਵ ਗਤ ਭਾਵ ਕਿ ਮੁਕਤੀ ਨੂੰ ਪ੍ਰਾਪਤ ਕਰਦਾ ਹੈ ਜੇ ਪਰਮੇਸ਼ਰ ਅਕਾਲ ਪੁਰਖ ਨੂੰ ਭਾ ਜਾਵੇ, ਭਾਵ ਭਾਉਂਦਾ ਹੈ। ਪ੍ਰਭ ਭਾਵੈ ਤਾ ਪਾਥਰ ਤਰਾਵੈ। ਤੇ ਜੇ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਨੂੰ ਭਾਵੇ ਤੇ ਭਾਉਂਦਾ ਹੈ ਤਾਂ ਉਹ ਪੱਥਰਾਂ ਨੂੰ ਵੀ ਤਾਰ ਦਿੰਦਾ ਹੈ। ਇਸੇ ਤਰ੍ਹਾਂ ਸਤਿਗੁਰ ਅੱਗੇ ਫਰਮਾਉਂਦੇ ਹਨ, ਪ੍ਰਭ ਭਾਵੈ ਬਿਨ ਸਾਸ ਤੇ ਰਾਖੈ। ਤੇ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਨੂੰ ਜਿਹੜਾ ਜੀਵ ਭਾ ਜਾਵੇ ਤੇ ਉਹਨੂੰ ਬਿਨਾਂ ਸਵਾਸਾਂ ਤੋਂ ਵੀ ਰੱਖ ਲੈਂਦਾ। ਜਿਵੇਂ ਸੰਮਣ ਮੂਸਣ ਦੀ ਵਿਸਾਖੀ ਆਉਂਦੀ ਆ, ਇਸੇ ਤਰ੍ਹਾਂ ਸਤਿਗੁਰਾਂ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਦੇ ਸੀਸ ਨੂੰ ਜੋੜ ਦਿੱਤਾ। ਇੰਨੀ ਬਰਕਤਾਂ ਦੇ ਵਿੱਚ ਉਹਨਾਂ ਦੀ ਬਰਕਤ ਹੈ, ਭਾਵ ਕਿ ਆਪਣੇ ਹੀ ਪੈਸੇ ਸ਼ਾਹੂਕਾਰ ਦੀ ਦੁਕਾਨ ਤੋਂ ਲੈਣ ਵਾਸਤੇ ਗਿਆ। ਜਦੋਂ ਚੁਬਾਰੇ ਦੀ ਉਹ ਦੁਕਾਨ ਦੇ ਉੱਪਰੋਂ ਥੱਲੇ ਗਿਆ, ਫਿਰ ਉਸਦੇ ਪਿਤਾ ਨੂੰ ਉਹਨੇ ਕਿਹਾ ਕਿ ਸਤਿਗੁਰਾਂ ਨੂੰ ਪ੍ਰਸ਼ਾਦਾ ਛਕਾਉਣਾ ਹੈ ਤੇ ਪਿਤਾ ਜੀ ਤੁਸੀਂ ਮੇਰਾ ਸਿਰ ਕੱਟ ਦਿਓ, ਕਿਉਂਕਿ ਜੇ ਕਿਸੇ ਨੂੰ ਪਤਾ ਲੱਗ ਗਿਆ ਕਿ ਇਹ ਗੁਰੂ ਦੇ ਸਿੱਖ ਚੋਰੀ ਕਰਦੇ ਫਿਰਦੇ ਨੇ ਤੇ ਸਾਡੀ ਕੀ ਹਾਲਾਤ ਹੋਵੇਗੀ। ਸੋ ਇਸੇ ਤਰ੍ਹਾਂ ਪਿਤਾ ਦੇ ਸਿਰ ਲੈ ਆਇਆ, ਘਰੇ ਰੱਖ ਦਿੱਤਾ। ਫਿਰ ਸ਼ਾਹੂਕਾਰ ਡਰ ਗਿਆ, ਕਿਉਂਕਿ ਕੰਮ ਕਰਦੇ ਸਨ ਉਸ ਕੋਲੋਂ। ਉਹਨੇ ਕਿਹਾ ਕਿ ਕੋਈ ਕਤਲ ਹੋ ਗਿਆ ਮੇਰੀ ਦੁਕਾਨ ਦੇ ਵਿੱਚ, ਇਹ ਧੜ ਲੈ ਕੇ ਜਾਓ ਤੇ ਤੁਹਾਨੂੰ ਮੈਂ ਪੈਸੇ ਦੇਵਾਂਗਾ। ਇਹ ਸਾਖੀ YouTube 'ਤੇ ਪਈ ਹੈ। ਇਸੇ ਹੀ ਨਾਲ ਹੀ ਇਹ
ਜਿਹੜਾ ਕਿ ਲਿੰਕ ਦੇ ਦੇਵਾਂਗੇ ਤੇ ਆਪ ਸਰਵਣ ਕਰਿਓ ਪੂਰੀ ਸਾਖੀ। ਤੇ ਫਿਰ ਇਸੇ ਤਰ੍ਹਾਂ ਉਹ ਧੜ ਤੇ ਉਸਦੇ ਪੁੱਤਰ ਦਾ ਉਹ ਲੈ ਕੇ ਆਇਆ। ਜਦੋਂ ਧੜ ਲਿਆ ਕੇ ਤੇ ਸੀਸ ਵੀ ਰੱਖ ਦਿੱਤਾ ਤੇ ਗੁਰੂ ਅਰਜਨ ਦੇਵ ਮਹਾਰਾਜ ਆਏ ਤੇ ਉਸ ਨੂੰ ਕਹਿੰਦੇ ਕਿ ਸੰਮਣ ਕਿੱਥੇ ਆ? ਤੇ ਕਹਿੰਦੇ ਮਹਾਰਾਜ ਸੁੱਤਾ ਪਿਆ। ਕਹਿੰਦੇ ਕਿ ਸਾਨੂੰ ਘਰੇ ਬੁਲਾ ਕੇ ਆਪ ਸੌਂ ਜਾਣਾ ਚੰਗੀ ਗੱਲ ਨਹੀਂ ਆ। ਸਤਿਗੁਰੂ ਕੋਲ ਗਏ ਨੇ ਤੇ ਕਿਹਾ ਕਿ ਸੰਮਣ ਨੂੰ ਆਵਾਜ਼ ਮਾਰੀ ਤੇ ਉੱਠ ਖਲੋਤਾ ਹੈ। ਇੰਨੀ ਬਰਕਤਾਂ ਦੇ ਵਿੱਚ ਸੱਚੇ ਪਾਤਸ਼ਾਹ ਦੇ ਗੁਰੂ ਅਰਜਨ ਦੇਵ ਮਹਾਰਾਜ ਦੀ ਤਾਕਤ ਸੀ ਕਿ ਪ੍ਰਭ ਭਾਵੇ ਬਿਨ ਸਾਜ ਤੇ ਰਾਖੇ। ਉੱਠ ਕੇ ਖਲੋ ਗਿਆ। ਮਿਰਤਕ ਕੋ ਜਵਾਲਨ ਹਾਰ, ਮਰਿਆਂ ਨੂੰ ਜਿਉਂਦੇ ਕਰਨ ਵਾਲੇ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ। ਤੇ ਫਿਰ ਇਸੇ ਤਰ੍ਹਾਂ ਹੀ ਸੰਮਣ ਨੇ ਤੇ ਮੂਸਾ ਨੇ, ਦੋਨਾਂ ਹੀ ਮਹਾਂਪੁਰਸ਼ਾਂ ਨੇ, ਇਹਨਾਂ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਸੇਵਾ ਕੀਤੀ, ਪ੍ਰਸ਼ਾਦਾ ਛਕਾਇਆ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਤੇ ਇੱਥੇ ਵੀ ਸਤਿਗੁਰੂ ਫਰਮਾਉਂਦੇ ਹਨ, ਪ੍ਰਭ ਭਾਵੈ ਬਿਨ ਸਾਜ ਤੇ ਰਾਖੇ। ਜੇ ਪਰਮੇਸ਼ਰ ਅਕਾਲ ਪੁਰਖ ਨੂੰ ਜਿਸ ਦੀ ਸੇਵਾ ਚੰਗੀ ਲੱਗ ਜਾਵੇ, ਜਿਸ ਦਾ ਪਿਆਰ ਚੰਗਾ ਲੱਗ ਜਾਵੇ, ਸਤਿਗੁਰ ਭਾਵੇਂ ਉਹ ਬਿਨਾਂ ਸਵਾਸਾਂ ਤੋਂ ਵੀ ਸਤਿਗੁਰ ਉਸ ਨੂੰ ਰੱਖ ਸਕਦੇ ਹਨ। ਪ੍ਰਭ ਭਾਵੈ ਤਾ ਹਰ ਗੁਣ ਭਾਖੈ। ਸਤਿਗੁਰ ਕਿਰਪਾ ਕਰਦੇ ਹਨ ਕਿ ਭਾਖੇ ਦਾ ਅਰਥ ਹੈ ਉਚਾਰਨ ਕਰਦਾ ਹੈ, ਭਾਵ ਵੀ ਸਿਮਰਨ ਕਰਦਾ ਹੈ। ਪ੍ਰਭੂ ਪਰਮੇਸ਼ਰ ਅਕਾਲ ਪੁਰਖ ਨੂੰ ਜਿਹੜਾ ਜੀਵ ਭਾ ਜਾਵੇ, ਜਿਹੜਾ ਮਨੁੱਖ ਭਾ ਜਾਵੇ, ਉਹ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਨੂੰ ਭਾਖੇ ਭਾਵ ਕਿ ਉਸਦੇ ਗੁਣਾਂ ਨੂੰ ਉਚਾਰਨ ਕਰਦਾ ਹੈ, ਸਿਮਰਨ ਕਰਦਾ ਹੈ। ਪ੍ਰਭ ਭਾਵੈ ਤਾ ਪਤਤ ਉਧਾਰੈ। ਪਤ ਦਾ ਅਰਥ ਹੈ ਪਾਪੀ ਲੋਕ। ਤੇ ਸਤਿਗੁਰਾਂ ਨੂੰ ਜੇ ਕਿਤੇ ਪਾਪੀ ਲੋਕ ਵੀ ਕਿਤੇ ਚੰਗੇ ਕੰਮ ਕਰਨੇ, ਕਿਉਂਕਿ ਸਤਿਗੁਰੂ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਇਹ ਜੀਵ ਦੇ ਔਗਣ ਨਹੀਂ ਚਿਤਾਰਦੇ। ਸਾਡੇ ਸਤਿਗੁਰ ਜੀਵ ਦੇ ਔਗਣ ਨਹੀਂ ਚਿਤਾਰਦੇ, ਉਸ ਦੇ ਗੁਣਾਂ ਨੂੰ ਦੇਖਦੇ ਨੇ। ਤੇ ਜੇ ਕਿਤੇ ਪਾਪੀ ਲੋਕ ਕਿਤੇ ਚੰਗਾ ਕਰਮ ਕਰਦੇ ਨੇ, ਕਿਤੇ ਚੰਗਾ ਉਪਕਾਰ ਕਰਦੇ ਨੇ, ਕਿਤੇ ਸੇਵਾ ਕਰਦੇ ਨੇ, ਕਿਤੇ ਕਿਸੇ ਦਾ ਗਰੀਬ ਦੀ ਸਹਾਇਤਾ ਕਰਦੇ ਨੇ, ਤੇ ਸਤਿਗੁਰ ਕਹਿੰਦੇ ਪਤਤ ਉਧਾਰੇ। ਪ੍ਰਭੂ ਪਰਮੇਸ਼ਰ ਅਕਾਲ ਪੁਰਖ ਕਿਤੇ ਉਹ ਪਾਪੀ ਲੋਕ ਕਿਤੇ ਚੰਗੇ ਲੱਗ ਜਾਣ, ਕਿਤੇ ਉਹਨਾਂ ਦਾ ਕਿਤੇ ਪੁੰਨਦਾਨ ਅੱਗੇ ਆ ਜਾਵੇ, ਕਿਤੇ ਉਹਨਾਂ ਦਾ ਸਿਮਰਨ ਅੱਗੇ ਆ ਗਿਆ ਉਗੜ ਕੇ। ਤੇ ਇਸੇ ਤਰ੍ਹਾਂ ਸਤਿਗੁਰ ਕਹਿੰਦੇ ਜੇ ਕਿਤੇ ਉਹ ਪਰਮੇਸ਼ਰ ਅਕਾਲ ਪੁਰਖ ਦੇ ਨਜ਼ਰੀ ਚੜ੍ਹ ਗਏ, ਦ੍ਰਿਸ਼ਟੀ ਪੈ ਗਈ, ਤੇ ਫਿਰ ਸਤਿਗੁਰ ਕਹਿੰਦੇ ਨੇ ਉਹ ਵੀ ਉਧਰ ਜਾਂਦੇ ਹਨ, ਭਾਵ ਤਰ ਜਾਂਦੇ ਹਨ। ਆਪ ਕਰੇ ਆਪਨ ਵਿਚਾਰੈ। ਤੇ ਆਪ ਹੀ ਸਾਰਾ ਕੁਝ ਵਾਹਿਗੁਰੂ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ, ਤੇ ਆਪ ਹੀ ਵਿਚਾਰੇ ਵੀ ਵਿਚਾਰ ਅਨੁਸਾਰ ਉਹਨਾਂ ਤੋਂ ਕੰਮਾਂ ਦੇ ਕਰਾਉਣ ਵਾਲਾ ਹੈ। ਆਪਣੇ ਵਿਚਾਰ ਨੂੰ ਆਪ ਹੀ ਕਰ ਰਿਹਾ ਹੈ। ਦੋਹਾਂ ਸਿਰਿਆਂ ਕਾ ਆਪ ਸੁਆਮੀ। ਤਾਂ ਦੋਹਾਂ ਹੀ ਸਿਰਿਆਂ ਦਾ, ਦੋਨਾਂ ਲੋਕਾਂ ਦਾ, ਪਾਪੀਆਂ ਪੁਨੀਆਂ ਦਾ, ਆਸਤਕ ਤੇ ਨਾਸਤਕਾਂ ਦਾ, ਗਿਆਨਵਾਨ ਤੇ ਅਗਿਆਨੀਆਂ ਦਾ ਆਪ ਹੀ ਸੁਆਮੀ ਪਰਮੇਸ਼ਰ ਅਕਾਲ ਪੁਰਖ ਹੈ। ਖੇਲੈ ਬਿਗਸੈ ਅੰਤਰ ਜਾਮੀ। ਤੇ ਅੰਤਰਜਾਮੀ ਆਪ ਹੀ ਸੰਸਾਰ ਦੀ ਖੇਲ ਹੈ, ਖੇਡ ਨੂੰ ਵੇਖ ਕੇ ਬਿਗਸੇ ਭਾਵ ਕੀ ਪ੍ਰਸੰਨ ਹੁੰਦਾ ਹੈ। ਅੰਤਰਜਾਮੀ ਅੰਦਰ ਦੀਆਂ ਜਾਣਨ ਵਾਲਾ ਪ੍ਰੇਰਕ ਉਹ ਪਰਮੇਸ਼ਰ ਅਕਾਲ ਪੁਰਖ ਭਗਤਾਂ ਨਾਲ ਪ੍ਰੇਮ ਦੀ ਖੇਲੇ ਖੇਡ ਖੇਡਦਾ ਹੈ। ਤੇ ਫਿਰ ਬਿਗਸੇ ਆਨੰਦਿਤ ਹੁੰਦਾ ਹੈ ਕਿ ਮੇਰੇ ਸਰੂਪ ਨੂੰ ਤਤ ਬੇਤਿਆਂ ਨੇ ਜਾਣਿਆ ਹੈ। ਜੋ ਭਾਵ ਹੈ ਸੋ ਕਾਰ ਕਰਾਵੈ। ਤੇ ਜੋ ਕੁਝ ਪਰਮੇਸ਼ਰ ਅਕਾਲ ਪੁਰਖ ਨੂੰ ਭਾਉਂਦਾ ਹੈ ਉਹੀ ਕੁਝ ਜੀਵਾਂ ਕੋਲੋਂ ਕੰਮ ਕਰਵਾਉਂਦਾ ਹੈ। ਨਾਨਕ ਦ੍ਰਿਸ਼ਟੀ ਅਵਰ ਨ ਆਵੈ। ਤੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸਾਰੀ ਜਿਹੜੀ ਦ੍ਰਿਸ਼ਟੀ ਆ, ਨਜ਼ਰ ਵਿੱਚ ਇੱਕ ਪਰਮੇਸ਼ਰ ਹੀ ਹੈ, ਅਵਰ ਕਿ ਹੋਰ ਦੂਸਰਾ ਵੀ ਨਹੀਂ ਆਉਂਦਾ, ਭਾਵ ਕਿ ਨਾਨਕ ਦ੍ਰਿਸ਼ਟੀ ਅਵਰ ਨਾ ਆਵੇ। ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਸਾਡੀ ਦ੍ਰਿਸ਼ਟੀ ਦੇ ਵਿੱਚ ਸਾਨੂੰ ਨਜ਼ਰ ਉਸ ਅਕਾਲ ਪੁਰਖ ਹੀ ਆਉਂਦਾ ਹੈ, ਹੋਰ ਕੋਈ ਅਵਰ ਦੂਸਰਾ ਨਹੀਂ ਆਉਂਦਾ। ਸੋ ਸਤਿਗੁਰਾਂ ਨੇ ਕਿਰਪਾ ਕੀਤੀ ਆ। ਆਪ ਸਮੂਹ ਸੰਗਤਾਂ ਨੇ 11ਵੀਂ ਅਸ਼ਟਪਦੀ ਦੀ ਦੂਸਰੀ ਪੌੜੀ ਸਰਵਣ ਕੀਤੀ। ਇਸੇ ਤਰ੍ਹਾਂ ਹੀ ਕੱਲ ਨੂੰ ਤੀਸਰੀ ਪੌੜੀ ਦੀ ਕਥਾ ਵਿਚਾਰ ਹੋਵੇਗੀ। ਬੇਅੰਤ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਜਾਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲੈਣ। ਆਪ ਸਮੂਹ ਸੰਗਤ ਨੇ ਇਸੇ ਤਰ੍ਹਾਂ ਹੀ ਲੜੀਵਾਰ ਸ੍ਰੀ ਸੁਖਮਨੀ ਸਾਹਿਬ ਦੀ ਕਥਾ ਵਿਚਾਰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰਨਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸੇ ਤਰ੍ਹਾਂ ਹੀ ਨਿਰਵਿਘਤਾ ਸਹਿਤ ਸੰਪੂਰਨ ਭੋਗਵਣ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।